ਮੁਸਲਮਾਨੀ ਰਾਜ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਜਦੋਂ ਲਾਹੌਰ ਦਾ ਸੂਬਾ ਜਹਾਨ ਖਾਨ ਅਤੇ ਜਲੰਧਰ ਦਾ ਹਾਕਮ ਨਾਸਰ ਅਲੀ ਸੀ, ਸਿੰਘਾਂ ਉੱਪਰ ਅਸਹਿ ਤੇ ਅਕਹਿ ਜ਼ੁਲਮ ਕੀਤੇ ਜਾ ਰਹੇ ਸੀ ਅਤੇ ਉਦੋਂ ਸਿੱਖ ਹੋਣ ਦੀ ਸਜ਼ਾ ਮੌਤ ਸੀ। ਸਾਰੇ ਦੇਸ਼ ਦੇ ਸਿੱਖ ਆਪਣਾ ਇੱਕ ਕੇਂਦਰ ਬਣਾ ਕੇ ਜੰਗਲਾਂ ਵਿੱਚ ਗੁਜ਼ਾਰਾ ਕਰਦੇ ਸਨ। ਅਜਿਹੇ ਸਮੇਂ ਕਰਤਾਰਪੁਰ ਸਾਹਿਬ ਦੀ ਗੱਦੀ ਤੇ ਬਾਬਾ ਵਡਭਾਗ ਸਿੰਘ ਜੀ ਬਿਰਾਜਮਾਨ ਸਨ। ਆਪ ਇੱਕ ਸਾਧੂ ਸੁਭਾਅ ਸੰਤ ਭਜਨ ਬੰਦਗੀ ਵਿੱਚ ਲੀਨ ਹੋ ਕੇ ਗੁਰਦੁਆਰਾ ਥੰਮ ਸਾਹਿਬ ਦੀ ਸੇਵਾ ਕਰਿਆ ਕਰਦੇ ਅਤੇ ਇਸ ਦੇ ਬਦਲੇ ਹਰ ਸਾਲ ਲਾਹੌਰ ਦੇ ਹਾਕਮ ਨੂੰ 1 ਲੱਖ ਰੁਪਈਆ ਮਾਮਲਾ ਦਿੱਤਾ ਕਰਦੇ ਸਨ। ਇੱਕ ਦਿਨ ਅਹਿਮਦ ਸ਼ਾਹ ਦੇ ਫੌਜੀ ਅਫਸਰ ਤੇ ਕਈ ਜਵਾਨ ਸਰਹੰਦ ਤੋਂ ਲਾਹੌਰ ਵੱਲ ਜਾਂਦੇ ਪਿੰਡ ਖੇੜੂ ਕਰਤਾਰਪੁਰ ਦੀ ਹੱਦ ਤੇ ਰੁਕੇ। ਉਹਨਾਂ ਫੌਜੀਆਂ ਦੇ ਅਫਸਰਾਂ ਨੇ 100 ਹਿੰਦੂ ਕੁੜੀਆਂ ਲਾਗੇ ਦੇ ਪਿੰਡਾਂ ਤੋਂ ਫੜ ਕੇ ਲੈ ਆਂਦੀਆਂ ਅਤੇ ਉਹਨਾਂ ਦੀ ਬੇਇੱਜ਼ਤੀ ਕਰਨ ਦੇ ਬਦਨੀਤ ਸਨ। ਇਹ ਖਬਰ ਕਰਤਾਰਪੁਰ ਵਿੱਚ ਬਾਬਾ ਵਡਭਾਗ ਸਿੰਘ ਜੀ ਨੇ ਅਤੇ ਉਸ ਸਮੇਂ ਠਹਿਰੇ ਹੋਏ 5 ਸਿੰਘਾਂ ਨੇ ਵੀ ਸੁਣੀ, ਜਿਸ ਤੇ ਉਹ ਅਤੀ ਦੁਖੀ ਹੋਏ। ਪਰ 5 ਸਿੰਘਾਂ ਕੋਲੋਂ ਜ਼ਬਤ ਨਾ ਹੋ ਸਕਿਆ ਤੇ ਫਤਿਹ ਗਜਾਉਂਦੇ ਫੌਜਾਂ ਉੱਤੇ ਆ ਪਏ। ਦੋਵੇਂ ਅਫਸਰ ਅਤੇ ਬਹੁਤ ਸਾਰੇ ਸਿਪਾਹੀ ਉਹਨਾਂ ਨੇ ਮਾਰ ਦਿੱਤੇ, ਹਰਿੰਦੇ ਖੁੰਦੇ ਨਿਠਾ ਦਿੱਤੇ ਅਤੇ ਉਹਨਾਂ ਲੜਕੀਆਂ ਦੀ ਪੱਤ ਬਚਾਈ ਜਿਨ੍ਹਾਂ ਮਗਰ ਅੰਮ੍ਰਿਤ ਛਕ ਪੰਥ ਦੀ ਸੇਵਾ ਦਾ ਹੀ ਪ੍ਰਣ ਲੈ ਲਿਆ। ਜਦੋਂ ਜਹਾਨ ਖਾਨ ਨੂੰ ਇਹ ਪਤਾ ਲੱਗਾ ਕਿ 5 ਸਿੰਘਾਂ ਨੇ ਉਹਦੇ 2 ਹਾਕਮਾਂ ਨੂੰ ਅਤੇ ਕੁਝ ਸਿਪਾਹੀਆਂ ਨੂੰ ਮਾਰ ਮੁਕਾਇਆ ਹੈ, ਤਾਂ ਕ੍ਰੋਧ ਵਿੱਚ ਆ ਕੇ ਬਚ ਕੇ ਆਪਣੇ ਸਿਪਾਹੀਆਂ ਨੂੰ ਤਾਂ ਕੈਦ ਕਰਵਾ ਦਿੱਤਾ ਤੇ 2000 ਸਿਪਾਹੀਆਂ ਨੂੰ ਤੁਰੰਤ ਕੂਚ ਕਰਨ ਲਈ ਆਗਿਆ ਦੇ ਕੇ ਕਰਤਾਰਪੁਰ ਦੀ ਇੱਟ ਨਾ ਇੱਟ ਖੜਕਾਉਣ ਦਾ ਹੁਕਮ ਦੇ ਦਿੱਤਾ। ਜੋ ਕਰਤਾਰਪੁਰ ਤੇ ਹਮਲਾ ਕਰਨ ਲਈ ਮੁਕੰਮਲ ਤਿਆਰੀ ਕਰਕੇ ਹੱਲਾ ਕਰਨ ਫੌਜ ਸਮੇਤ ਆ ਗਿਆ। ਲਾਹੌਰ ਦੇ ਮੀਤ ਸੂਬਾ ਜਹਾਨ ਖਾਨ ਦੀ ਚਿੱਠੀ ਸੁਣ ਕੇ ਨਾਸਰ ਅਲੀ ਨੇ ਕਰਤਾਰਪੁਰ ਤੇ ਅਚਾਨਕ ਹਮਲਾ ਕਰ ਦਿੱਤਾ ਤੇ ਬਾਬਾ ਵਡਭਾਗ ਸਿੰਘ ਜੀ ਨੇ ਆਪਣੇ ਸੂਰਬੀਰ ਬਹਾਦਰ ਸਿੰਘਾਂ ਨੂੰ ਨਾਲ ਲੈ ਕੇ ਨਾਸਰ ਅਲੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੀ ਤੇਗ ਦਾ ਜੋਹਰ ਦੱਸ ਕੇ ਕਈ ਮੁਗਲਾਂ ਨੂੰ ਜਾਨੋਂ ਮਾਰ ਦਿੱਤਾ। ਪਰ ਨਾਸਰ ਅਲੀ ਦੀ ਫੌਜ ਬਹੁਤ ਸੀ, ਨਾਲੇ ਲਾਹੌਰ ਦਾ ਮੀਤ ਸੂਬਾ ਜਹਾਨ ਖਾਨ ਵੀ 1 ਲੱਖ ਮੁਗਲੀ ਫੌਜਾਂ ਲੈ ਕੇ ਆ ਗਿਆ। ਉਸ ਵਕਤ ਬਾਬਾ ਜੀ ਦੇ ਪਾਸ ਸਿੰਘ ਬਹੁਤ ਥੋੜੇ ਸਨ ਅਤੇ ਮੁਗਲਾਂ ਦੀਆਂ ਫੌਜਾਂ ਅਣਗਿਣਤ ਬੇਬਹਾ ਪਈਆਂ। ਤਾਂ ਬਾਬਾ ਜੀ ਨੇ ਸੋਚਿਆ ਕਿ ਜ਼ਾਲਮ ਨਾਸਰ ਅਲੀ ਨਾਲ ਟੱਕਰ ਲੈਣਾ ਥੋੜਿਆਂ ਦੇ ਵੱਸ ਦਾ ਰੋਗ ਨਹੀਂ, ਹੁਣ ਸਾਨੂੰ ਸਿੰਘਾਂ ਦੀ ਮਦਦ ਲੈਣੀ ਪਵੇਗੀ। ਇਸ ਕਰਕੇ ਬਾਬਾ ਜੀ ਨੇ ਸਮੇਂ ਦੀ ਵੰਡ ਵੇਖ ਕੇ ਲੜਦੇ ਪਹਾੜਾਂ ਨੂੰ ਚਲੇ ਗਏ। ਪਿੱਛੋਂ ਨਾਸਰ ਅਲੀ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਸਾੜ ਦਿੱਤਾ ਅਤੇ ਹੋਰ ਕਈ ਧਰਮ ਸਥਾਨਾਂ ਨੂੰ ਢਾਹ ਕੇ ਉੱਥੇ ਗਊ ਹੱਤਿਆ ਕਰਵਾਈਆਂ। ਜ਼ਾਲਮਾਂ ਨੇ ਐਸੀ ਲੁੱਟ ਮਚਾਈ ਕਰਤਾਰਪੁਰ ਕੀ ਸਾਰੇ ਦੁਆਬੇ ਵਿੱਚ ਹੀ ਨਾਸਰ ਅਲੀ ਦੇ ਜ਼ੁਲਮਾਂ ਦੀ ਹਾਹਾਕਾਰ ਮਚ ਗਈ। ਕਰਤਾਰਪੁਰ ਤੇ ਨਾਸਰ ਅਲੀ ਦੀਆਂ ਫੌਜਾਂ ਨੇ ਆਪਣਾ ਕਬਜ਼ਾ ਕਰ ਲਿਆ। ਜਦੋਂ ਬਾਬਾ ਵਡਭਾਗ ਸਿੰਘ ਜੀ ਨੂੰ ਇਹ ਖਬਰ ਮਿਲੀ ਕਿ ਨਾਸਰ ਅਲੀ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਸਾੜ ਦਿੱਤਾ ਹੈ ਤੇ ਧਰਮ ਸਥਾਨਾਂ ਵਿੱਚ ਗਊਆਂ ਕਤਲ ਕਰਵਾਈਆਂ ਜਾ ਰਹੀਆਂ ਹਨ, ਅਬਲਾਵਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਤੇ ਹਿੰਦੂਆਂ ਨੂੰ ਜ਼ਬਰਦਸਤੀ ਤੁਰਕਣੀਆਂ ਬਣਾਇਆ ਜਾ ਰਿਹਾ ਹੈ, ਇਹ ਸੁਣ ਕੇ ਬਾਬਾ ਜੀ ਦੇ ਦਿਲ ਤੇ ਇੱਕ ਭਾਰੀ ਸੱਟ ਵੱਜੀ। ਅੱਖਾਂ ਵਿੱਚ ਹੰਝੂਆਂ ਦੀ ਜਗ੍ਹਾ ਲਹੂ ਚੋਣ ਲੱਗ ਪਿਆ। ਨਾਸਰ ਅਲੀ ਦੇ ਐਸੇ ਅਤਿਆਚਾਰ ਸੁਣ ਕੇ ਸਹਾਰ ਨਾ ਸਕੇ ਤੇ ਬਾਬਾ ਜੀ ਨੇ ਇੱਕ ਪ੍ਰਣ ਧਾਰਨ ਕਰ ਲਿਆ ਕਿ ਜਿੰਨਾ ਚਿਰ ਅਸੀਂ ਜਲੰਧਰ ਫਤਿਹ ਕਰਕੇ ਜ਼ਾਲਮ ਨਾਸਰ ਅਲੀ ਨੂੰ ਹੁੰਦੇ ਅਤਿਆਚਾਰਾਂ ਦੀ ਸਜ਼ਾ ਨਹੀਂ ਦਿੰਦੇ, ਉਨਾ ਚਿਰ ਛੋਟੀ ਦਸਤਾਰ ਵਿੱਚ ਹੀ ਰਹਾਂਗੇ, ਉਨਾ ਚਿਰ ਅਸੀਂ ਸਿਰ ਤੇ ਪੂਰੀ ਦਸਤਾਰ ਨਹੀਂ ਸਜਾਵਾਂਗੇ। ਪੰਜਾਬ ਦੀ ਕਹਾਵਤ ਹੈ ਕਿ ਨੂੰਹਾਂ ਧੀਆਂ ਦੀ ਇੱਜ਼ਤ ਲੱਥੀ ਤਾਂ ਸਿਰ ਤੋਂ ਪੱਗ ਲੱਥੀ ਇੱਕ ਬਰਾਬਰ ਹੈ। ਇਸ ਖਿਆਲ ਨੂੰ ਦਿਲ ਵਿੱਚ ਧਾਰਨ ਕਰਕੇ ਬਾਬਾ ਜੀ ਨੇ ਇਹ ਪ੍ਰਣ ਪੱਤਰ ਹਰ ਥਾਂ ਸਿੱਖਾਂ ਨੂੰ ਭੇਜਿਆ। ਜਦੋਂ ਅਦੀਨਾ ਬੇਗ ਨੂੰ ਇਹ ਪਤਾ ਲੱਗਾ ਕਿ ਬਾਬਾ ਵਡਭਾਗ ਸਿੰਘ ਜੀ ਗੁਰਦੁਆਰਾ ਥੰਮ ਸਾਹਿਬ ਅਤੇ ਹੋਰ ਕੁਰੀਤੀਆਂ ਦਾ ਨਾਸਰ ਅਲੀ ਤੋਂ ਬਦਲਾ ਲੈਣਾ ਚਾਹੁੰਦੇ ਹਨ, ਤਾਂ ਉਸ ਵਕਤ ਅਦੀਨਾ ਬੇਗ ਨੇ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਮੇਰੇ ਪੀਰ ਬਣੋ ਅਤੇ ਮੈਨੂੰ ਆਪਣਾ ਮੁਰੀਦ ਬਣਾ ਲਵੋ। ਅਸੀਂ ਦੋਵੇਂ ਮਿਲ ਕੇ ਅਹਿਮਦ ਸ਼ਾਹ ਦੀਆਂ ਸ਼ਾਹੀ ਫੌਜਾਂ ਦਾ ਮੁਕਾਬਲਾ ਕਰੀਏ। ਅਦੀਨਾ ਬੇਗ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਵੀ ਮੈਂ ਮੁੜ ਜਲੰਧਰ ਦਾ ਹਾਕਮ ਬਣ ਜਾਵਾਂ। ਬਾਬਾ ਜੀ ਧਰਮ ਸਥਾਨਾਂ ਦੀ ਬੇਦਬੀ ਅਤੇ ਅਬਲਾਵਾਂ ਦੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ। ਇਸ ਕਰਕੇ ਬਾਬਾ ਜੀ ਨੇ ਅਦੀਨਾ ਬੇਗ ਨੂੰ ਆਖਿਆ ਕਿ ਭਾਈ ਜੇਕਰ ਤੂੰ ਇਮਾਨਦਾਰੀ ਰੱਖ ਕੇ ਸਾਡੇ ਨਾਲ ਮਿਲ ਕੇ ਹੱਥ ਵਟਾਵੇਂਗਾ ਤਾਂ ਅਸੀਂ ਤੈਨੂੰ ਦੁਬਾਰਾ ਜਲੰਧਰ ਦਾ ਹਾਕਮ ਬਣਾ ਦਿਆਂਗੇ। ਅਦੀਨਾ ਬੇਗ ਨੇ ਆਖਿਆ ਮਹਾਰਾਜ ਜਿਸ ਤਰ੍ਹਾਂ ਨਾਸਰ ਅਲੀ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਫੂਕਿਆ ਹੈ, ਮੈਂ ਉਸੇ ਤਰ੍ਹਾਂ ਨਾਸਰ ਅਲੀ ਨੂੰ ਫੂਕ ਦੇਵਾਂਗਾ। ਜਿਸ ਤਰ੍ਹਾਂ ਨਾਸਰ ਅਲੀ ਨੇ ਧਰਮ ਸਥਾਨਾਂ ਵਿੱਚ ਗਊਆਂ ਕਤਲ ਕਰਵਾਈਆਂ ਹਨ, ਮੈਂ ਉਸੇ ਤਰ੍ਹਾਂ ਮਸੀਤਾਂ ਵਿੱਚ ਸੂਰ ਅਤੇ ਬੱਕਰੇ ਝਟਕਾ ਕੇ ਦੱਸਾਂਗਾ। ਜਿਸ ਤਰ੍ਹਾਂ ਨਾਸਰ ਅਲੀ ਨੇ ਹਿੰਦੂਆਂ ਨੂੰ ਤੁਰਕਣੀਆਂ ਬਣਾਇਆ ਹੈ, ਮੈਂ ਉਸੇ ਤਰ੍ਹਾਂ ਪਠਾਨੀਆਂ ਨੂੰ ਹਿੰਦਣੀਆਂ ਬਣਾ ਕੇ ਦੱਸਾਂਗਾ। ਜੋ ਬਾਬਾ ਜੀ ਨੇ ਹੁਕਮ ਕੀਤਾ ਸੋ ਅਦੀਨਾ ਬੇਗ ਨੇ ਮੰਨ ਲਿਆ। ਜੋ ਅਦੀਨਾ ਬੇਗ ਨੇ ਬੇਨਤੀ ਕੀਤੀ ਸੀ ਤਾਂ ਬਾਬਾ ਜੀ ਨੇ ਪ੍ਰਵਾਨ ਕਰ ਲਈ। ਦੋਹਾਂ ਨੇ ਆਪੋ ਆਪਣੀ ਇਮਾਨਦਾਰੀ ਦਾ ਇੱਕ ਦੂਸਰੇ ਨੂੰ ਸਬੂਤ ਦਿੱਤਾ। ਬਾਬਾ ਜੀ ਨੇ ਅਦੀਨਾ ਬੇਗ ਨਾਲ ਲਿਖਤ ਕਰਕੇ ਪੱਕੇ ਕੌਲ ਇਕਰਾਰ ਕਰ ਲਏ। ਬਾਬਾ ਵਡਭਾਗ ਸਿੰਘ ਜੀ ਨੇ ਧਰਮ ਅਤੇ ਜ਼ੁਲਮ ਨਾਲ ਮੁਕਾਬਲਾ ਕਰਨ ਵਾਸਤੇ ਕਾਹਨੂੰਵਾਲ ਦੇ ਸ਼ੰਭ ਤਥਾ ਜੰਗਲ ਵਿੱਚ ਬੈਠੇ ਸਿੰਘਾਂ ਵੱਲ ਦਰਦ ਭਰੀਆਂ ਚਿੱਠੀਆਂ ਲਿਖ ਕੇ ਹਰ ਥਾਂ ਸਿੰਘਾਂ ਹੱਥ ਸਿੰਘਾਂ ਨੂੰ ਸੰਦੇਸ਼ ਭੇਜ
ਭੇਜ ਦਿੱਤੇ ਕਿ ਜ਼ਾਲਮ ਅਬਦਾਲੀ ਲਾਹੌਰ ਦਾ ਅਮੀਰ ਸੂਬਾ ਜਹਾਨ ਖਾਨ ਤੇ ਜਲੰਧਰ ਦਾ ਸੂਬਾ ਨਾਸਰ ਅਲੀ ਹਿੰਦੂ ਧਰਮ ਉੱਤੇ ਘੋਰ ਕਹਿਰ ਕਰ ਰਿਹਾ ਹੈ। ਧਰਮ ਸਥਾਨਾਂ ਵਿੱਚ ਗਊਆਂ ਕਤਲ ਕਰਵਾਈਆਂ ਜਾ ਰਹੀਆਂ ਹਨ। ਅਬਲਾਵਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਹਿੰਦੂਆਣੀਆਂ ਨੂੰ ਜ਼ਬਰਦਸਤੀ ਤੁਰਕਣੀਆਂ ਬਣਾਇਆ ਜਾ ਰਿਹਾ ਹੈ। ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਸ਼ੇਰ ਬਹਾਦਰ ਅਣਖੀਲੇ ਜਵਾਨੋ, ਅੱਜ ਅਣਖ ਤੁਹਾਨੂੰ ਵੰਗਾਰ ਰਹੀ ਹੈ। ਧਰਮ ਦੀ ਰੱਖਿਆ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਸਾਡੇ ਨਾਲ ਸਾਥ ਦਿਓ ਅਤੇ ਹੁੰਦੇ ਅਤਿਆਚਾਰ ਦਾ ਤੂਫਾਨ ਰੋਕ ਕੇ ਜ਼ਾਲਮ ਨਾਸਰ ਅਲੀ ਨੂੰ ਜ਼ੁਲਮਾਂ ਦੀ ਸਜ਼ਾ ਚੁਕਾਈਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਜ਼ੁਲਮਾਂ ਨਾਲ ਮੁਕਾਬਲਾ ਕਰਦੇ ਰਹੇ ਹਨ ਤਥਾ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਹੀ ਉਹਨਾਂ ਨੇ ਖਾਲਸਾ ਪੰਥ ਸਜਾਇਆ ਹੈ। ਸੋ ਗੁਰਬਾਣੀ ਦੇ ਸ਼ਬਦ ਜੋਸ਼ੀਲੀਆਂ ਧੁਨਾਂ ਵਿੱਚ ਗਾਉਂਦੇ ਹੋਏ ਜਲਦੀ ਸਾਰੇ ਸਾਡੇ ਪਾਸ ਪਹੁੰਚੋ। ਗੁਰਵਾਕ ਦੇ ਸ਼ਿਵਾ ਬਰਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨ ਟਰੋ, न डरो और सो जब जाए लरो, निश्चय करे अपनी जीत करो, और सिखो अपने ही मन को, ए लालच हो गुण तो उचरो, जब आप की औद निदान बने, अत ही रण में तब जूझ मरो, जो जो प्रेम खिलन का चाओ, सिर धर तली गली मुरियाओ, इत मार्ग पैर तरी जय, सिर दीजै कान न कीजै, गगन दमामा बाजियो, भरियो निशाने काओ, खेत जो मांडियो सूरमा, अब जूझन को दाओ, सूरा सो पहचानिए, जो लड़ै दीन के हेत, पुरजा पुरजा कट मरे, कबहू ना छाड़े खेत, कबीरा मरता मरता जग मुआ, मर पे न जाने कोई, ऐसी मरनी जो मरै, बाहुर न मरना होए। भाव बाबा जी ने गुरबाणी ਦੇ ਪ੍ਰਮਾਣਾਂ ਦੁਆਰਾ ਇਸ ਤਰ੍ਹਾਂ ਦਰਦ ਭਰੀਆਂ ਚਿੱਠੀਆਂ ਲਿਖ ਕੇ ਹਰ ਥਾਂ ਸਿੰਘਾਂ ਨੂੰ ਸਿੰਘਾਂ ਦੇ ਹੱਥ ਸੰਦੇਸ਼ ਭੇਜ ਦਿੱਤੇ ਅਤੇ ਅਦੀਨਾ ਬੇਗ ਨੂੰ ਆਪਣੇ ਨਾਲ ਮਿਲਾਉਣ ਦਾ ਸੰਦੇਸ਼ ਵੀ ਲਿਖ ਭੇਜਿਆ। ਕਲਗੀਧਰ ਜੀ ਦੇ ਅਣਖੀਲੇ ਯੋਧਿਆਂ ਨੇ ਜਦੋਂ ਇਹ ਦਰਦਨਾਕ ਚਿੱਠੀਆਂ ਪੜ੍ਹੀਆਂ ਤਾਂ ਉਹਨਾਂ ਦੇ ਅੱਖਾਂ ਵਿੱਚ ਅਥਰੂ ਦੀ ਜਗ੍ਹਾ ਲਹੂ ਚੋਣ ਲੱਗ ਪਿਆ। ਹੁੰਦੇ ਅਤਿਆਚਾਰ ਸੁਣ ਕੇ ਸਹਾਰ ਨਾ ਸਕੇ, ਉਹਨਾਂ ਦੀ ਅਣਖ ਨੇ ਵਗਾਰਿਆ ਅਤੇ ਜ਼ੁਲਮ ਨਾਲ ਟੱਕਰਾ ਲੈਣ ਵਾਸਤੇ ਆਪਣੀਆਂ ਜੋਸ਼ੀਲੀਆਂ ਤੇਗਾਂ ਹੱਥਾਂ ਵਿੱਚ ਫੜ ਕੇ ਬਾਬਾ ਜੀ ਦੇ ਪਾਸ ਪਹੁੰਚ ਗਏ ਤੇ ਆਖਣ ਲੱਗੇ, ਬਾਬਾ ਜੀ ਅਸੀਂ ਸਾਰੇ ਧਰਮ ਵਾਸਤੇ ਸ਼ਹੀਦੀਆਂ ਪਾਉਣ ਲਈ ਆਏ ਹਾਂ, ਜਲਦੀ ਹੁਕਮ ਦਿਓ ਤੇ ਚੱਲ ਕੇ ਮੁਗਲਾਂ ਨਾਲ ਯੁੱਧ ਕਰੀਏ। ਬਾਬਾ ਜੀ ਦੀ ਫੌਜ ਤੇ ਅਦੀਨਾ ਬੇਗ ਦੀ ਫੌਜ ਦੋ ਜਗ੍ਹਾ ਨਿਯੁਕਤ ਕੀਤੀ ਗਈ। ਉੱਥੇ ਇਹ ਦੋਵੇਂ ਫੌਜਾਂ ਇਕੱਠੀਆਂ ਹੋ ਗਈਆਂ। ਸਭ ਤੋਂ ਪਹਿਲਾਂ ਬਾਬਾ ਵਡਭਾਗ ਸਿੰਘ ਜੀ ਦੇ ਜਥੇਦਾਰ ਸਰਦਾਰ ਜੱਸਾ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਕਰਮ ਸਿੰਘ ਆਦਿ ਸਭ ਸਿੰਘਾਂ ਨੇ ਮਿਲ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਸੋਧ ਕੇ ਬੇਨਤੀ ਕੀਤੀ, ਹੇ ਕਲਗੀਆਂ ਵਾਲੇ ਸ਼ਹਿਨशाह ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ, ਆਪ ਜੀ ਦਾ ਖਾਲਸਾ ਪੰਥ ਧਰਮ ਰੱਖਿਆ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਮੁਗਲਾਂ ਤੇ ਚੜ੍ਹਾਈ ਕਰਨ ਲੱਗਾ ਹੈ। ਆਪ ਜੀ ਵੀ ਦੇਸ਼ ਸੇਵਾ, ਮੁਲਜ਼ਮਾਂ ਦੀ ਸਹਾਇਤਾ ਅਤੇ ਧਰਮ ਦੀ ਰੱਖਿਆ ਲਈ ਹੁੰਦੇ ਅਤਿਆਚਾਰ ਨੂੰ ਰੋਕਣ ਵਾਸਤੇ ਜ਼ੁਲਮ ਨਾਲ ਟੱਕਰ ਲੈਂਦੇ ਰਹੋ। ਇਹੋ ਕੁਝ ਕਰਨਾ ਆਪ ਜੀ ਨੇ ਖਾਲਸੇ ਨੂੰ ਸਿਖਾਇਆ ਹੈ। ਆਪ ਜੀ ਦੇ ਦੱਸੇ ਹੋਏ ਹੁਕਮਨਾਮਿਆਂ ਤੇ ਚੱਲਣ ਦਾ ਬਲ ਬਖਸ਼ੋ। ਆਪ ਜੀ ਦੇ ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ। ਇਹ ਅਰਦਾਸਾਂ ਸੋਧ ਕੇ ਮੁਗਲਾਂ ਤੇ ਚੜ੍ਹਾਈ ਕਰਨ ਲਈ ਸਿੰਘ ਸੂਰਬੀਰ ਬਹਾਦਰਾਂ ਨੇ ਜਦੋਂ ਪੂਰੀ ਤਿਆਰੀ ਕਰ ਲਈ ਤਾਂ ਇੱਕ ਹੋਰ ਭਾਰੀ ਖਤਰੇ ਵਾਲੀ ਗੱਲ ਬਾਬਾ ਜੀ ਦੇ ਧਿਆਨ ਵਿੱਚ ਆਈ ਤਾਂ ਅਦੀਨਾ ਬੇਗ ਨੂੰ ਕਿਹਾ ਕਿ ਮੁਗਲ ਫੌਜਾਂ ਦੀ ਵਰਦੀ ਅਤੇ ਆਪ ਦੀਆਂ ਫੌਜਾਂ ਦੀ ਵਰਦੀ ਦਾ ਰੰਗ ਇੱਕੋ ਜਿਹਾ ਹੈ ਤੇ ਭੁਲੇਖੇ ਨਾਲ ਸਿੰਘ ਆਪ ਦੀ ਫੌਜਾਂ ਨੂੰ ਹੀ ਖਤਮ ਨਾ ਕਰ ਦੇਣ। ਅਦੀਨਾ ਬੇਗ ਨੇ ਕਿਹਾ ਕਿ ਇਹ ਗੱਲ ਤਾਂ ਬਿਲਕੁਲ ਠੀਕ ਹੈ, ਪਰ ਇੰਨੀ ਜਲਦੀ ਫਰਕ ਪਾ ਕੇ ਨਵੀਆਂ ਵਰਦੀਆਂ ਵੀ ਨਹੀਂ ਸਵਾਈਆਂ ਜਾ ਸਕਦੀਆਂ ਅਤੇ ਹੁਣ ਅਰਦਾਸਾ ਵੀ ਸੋਧਿਆ ਗਿਆ ਹੈ। ਇੰਨੇ ਨੂੰ ਪਾਸ ਹੀ ਇੱਕ ਕਣਕ ਦਾ ਖੇਤ ਬਾਬਾ ਜੀ ਦੀ ਨਜ਼ਰ ਪਿਆ, ਜਿਸ ਤੋਂ ਕਣਕ ਦੇ 4-5 ਤੀਲੇ ਪੁੱਟ ਕੇ ਬਾਬਾ ਜੀ ਨੇ ਅਦੀਨਾ ਬੇਗ ਦੀ ਪੱਗ ਤੇ ਟੰਗ ਦਿੱਤੇ ਅਤੇ ਕਿਹਾ, ਭਾਈ ਇੰਨਾ ਫਰਕ ਹੀ ਕਾਫੀ ਹੈ। ਤਾਂ ਉਸ ਵੇਲੇ ਅਦੀਨਾ ਬੇਗ ਨੇ ਆਪਣੀ ਫੌਜ ਦੀਆਂ ਪੱਗਾਂ ਵਿੱਚ ਕਣਕ ਦੇ ਤੀਲੇ ਟੁੰਗਣ ਦਾ ਹੁਕਮ ਕਰ ਦਿੱਤਾ। ਬਾਬਾ ਜੀ ਦੀ ਫੌਜ ਅਤੇ ਅਦੀਨਾ ਬੇਗ ਦੀ ਫੌਜ ਨੇ ਮਿਲ ਕੇ ਜੰਗ ਦੀ ਖੂਬ ਤਿਆਰੀ ਕਰ ਲਈ। ਉਧਰੋਂ ਨਾਸਰ ਅਲੀ ਨੂੰ ਵੀ ਖਬਰ ਮਿਲੀ ਹਜ਼ਾਰਾਂ ਸਿੰਘ ਵੱਡੀ ਗਿਣਤੀ ਵਿੱਚ ਆ ਰਹੇ ਹਨ ਤਾਂ ਲਾਹੌਰ ਦਾ ਅਮੀਰ ਸੂਬਾ ਜਹਾਨ ਖਾਨ ਆਪਣੀਆਂ ਫੌਜਾਂ ਲੈ ਆਇਆ। ਰੋਪੜ, ਸਰਹੰਦ ਅਤੇ ਹੋਰ ਇਲਾਕਿਆਂ ਦੀਆਂ ਵੀ ਮੁਗਲਾਨੀ ਫੌਜਾਂ ਨਾਸਰ ਅਲੀ ਦੀ ਮਦਦ ਲਈ ਆ ਗਈਆਂ। ਸਿੰਘਾਂ ਨੇ ਸੁੱਖ ਨਿਦਾਨ ਦੀਆਂ ਦੇਗਾਂ ਛਕ ਕੇ ਨਾਮ ਦੀਆਂ ਰੰਗਣਾ ਚੜਾ ਕੇ ਹੱਥ ਵਿੱਚ ਤੇਗਾਂ, ਨੇਜੇ, ਬਰਛੇ, ਭਾਲੇ, ਟਕੂਏ, ਗੰਡਾਸੇ ਆਦਿ ਸ਼ਸਤਰ ਲੈ ਲਏ। ਸਿੰਘ ਸੂਰਬੀਰ ਬਹਾਦਰ ਅਕਾਲ ਕਰਦੇ ਹੋਏ ਮੁਗਲਾਂ ਦੀ ਫੌਜ ਤੇ ਬਿਜਲੀ ਵਾਂਗ ਟੁੱਟ ਕੇ ਪੈ ਗਏ। ਦੋਹਾਂ ਧਿਰਾਂ ਵਿੱਚ ਖੂਬ ਖੰਡੇ ਤੇ ਖੰਡਾ, ਤਲਵਾਰਾਂ ਅਤੇ ਭਾਲੇ ਟਕੂਏ ਖੜਕਣ ਲੱਗ ਪਏ। ਚੱਕਰ, ਬਰਛੇ ਅਤੇ ਤੀਰਾਂ ਦੀ ਵਰਖਾ ਹੋਣ ਲੱਗ ਪਈ। ਦੇਖਦਿਆਂ ਸਿੰਘਾਂ ਨੇ ਮੁਗਲਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ। ਜੰਗ ਵਿੱਚ ਲਹੂ ਦੀਆਂ ਨਦੀਆਂ ਚੱਲਣ ਲੱਗ ਪਈਆਂ। ਕਈਆਂ ਮਾਵਾਂ ਦੇ ਪੁੱਤ ਅਤੇ ਕਈ ਭੈਣਾਂ ਦੇ ਵੀਰ ਸਦਾ ਦੀ ਨੀਂਦ ਸੌਂ ਗਏ। ਪਰ ਬਾਬਾ ਜੀ ਦੇ ਬਹਾਦਰ ਸਿੰਘਾਂ ਨੇ ਜ਼ਾਲਮਾਂ ਨੂੰ ਪੱਤਰਾਂ ਵਾਂਗੂ ਝਾੜ ਕੇ ਫਿਰ ਨਲੂਆ ਯਾਦ ਕਰਾ ਦਿੱਤਾ। ਮੁਗਲਾਂ ਨੂੰ ਭਾਜੜਾਂ ਪੈ ਗਈਆਂ ਤਾਂ ਕਈ ਮੁਗਲ ਤੌਬਾ ਕਰਦੇ ਜਲੰਧਰ ਜਾ ਵੜੇ। ਸਿੰਘਾਂ ਨੇ ਨਾਸਰ ਅਲੀ ਨੂੰ ਪਕੜ ਕੇ ਨਜ਼ਰਬੰਦ ਕਰ ਲਿਆ। ਅਦੀਨਾ ਬੇਗ ਦੀ ਫੌਜ ਤੇ ਸਿੰਘਾਂ ਨਾਲ ਰਲ ਕੇ
ਬਾਬਾ ਜੀ ਨੇ ਵੀ ਆਪ ਹੱਥ ਵਟਾਏ। ਦੋਹਾਂ ਫੌਜਾਂ ਦੀ ਬਾਬਾ ਜੀ ਨੇ ਆਪ ਅਗਵਾਈ ਕੀਤੀ। ਬਾਬਾ ਜੀ ਤੋਂ ਆਗਿਆ ਲੈ ਕੇ ਅਦੀਨਾ ਬੇਗ ਦੀ ਫੌਜ ਤੇ ਬਾਬਾ ਜੀ ਦੇ ਸੂਰਬੀਰ ਬਹਾਦਰ ਸਿੰਘ ਲੁੱਟਮਾਰ ਕਰਦੇ ਹੋਏ ਜਲੰਧਰ ਜਾ ਵੜੇ। ਸਿੰਘ ਮੁਗਲਾਂ ਤੇ ਬਿਜਲੀ ਵਾਂਗ ਟੁੱਟ ਕੇ ਪੈ ਗਏ। ਅਦੀਨਾ ਬੇਗ ਨੂੰ ਜਲੰਧਰ ਦੇ ਮੁਸਲਮਾਨਾਂ ਨੇ ਕਿਹਾ, ਸਾਡੇ ਕੋਲੋਂ 1000 ਰੁਪਇਆ ਨਗਦ ਲੈ ਲਓ, ਪਰ ਜਲੰਧਰ ਨੂੰ ਨਾ ਲੁੱਟਿਆ ਜਾਵੇ। ਅਦੀਨਾ ਬੇਗ ਨੇ ਇਹ ਗੱਲ ਜਥੇਦਾਰ ਜੱਸਾ ਸਿੰਘ ਨੂੰ ਸੁਣਾਈ। ਜੱਸਾ ਸਿੰਘ ਨੇ ਕਿਹਾ, ਇਹ ਗੱਲ ਦਾ ਫੈਸਲਾ ਬਾਬਾ ਜੀ ਹੀ ਦੇ ਸਕਦੇ ਹਨ। ਸੋ ਬਾਬਾ ਜੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤਾਂ ਬਾਬਾ ਵਡਭਾਗ ਸਿੰਘ ਜੀ ਨੇ ਗੱਜ ਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗਲਾਂ ਨੂੰ ਫੜ ਲਓ, ਕੋਈ ਜਾਣੇ ਨਾ ਪਾਏ। ਤਾਂ ਭੁੱਖੇ ਬੱਬਰ ਸ਼ੇਰਾਂ ਵਾਂਗ ਸਿੰਘ ਅਕਾਲ ਕਰਦੇ ਹੋਏ ਮੁਗਲਾਂ ਤੇ ਬਿਜਲੀ ਵਾਂਗ ਟੁੱਟ ਪੈ ਗਏ। ਇਹ ਸਾਕਾ ਬਿਕਰਮੀ 1813 ਵਿੱਚ ਸਿੰਘਾਂ ਨਾਲ ਹੋਇਆ। ਜੰਗ ਖਤਮ ਹੋਣ ਤੋਂ ਬਾਅਦ ਬਾਬਾ ਵਡਭਾਗ ਸਿੰਘ ਜੀ ਨੇ ਗੁਰਦੁਆਰਾ ਗੰਗਸਰ ਵਿਖੇ ਫਿਰ ਉਸੇ ਤਰ੍ਹਾਂ ਸਜ ਧੱਜ ਕੇ ਖੂਬ ਦੀਵਾਨ ਸਜਾਏ ਅਤੇ ਸਿੱਖ ਸੰਗਤਾਂ ਵਿੱਚ ਇਹ ਪ੍ਰਚਾਰ ਕਰਕੇ ਚੇਤਾਵਨੀ ਕਰਵਾਈ ਕਿ ਜੋ ਧਰਮ ਅਸਥਾਨ ਜ਼ਾਲਮਾਂ ਨੇ ਢਾਹ ਢੇਰੀ ਕੀਤੇ ਹਨ ਉਹਨਾਂ ਨੂੰ ਫਿਰ ਸਾਵਧਾਨ ਕੀਤਾ ਜਾਵੇ। ਅਦੀਨਾ ਬੇਗ ਨੂੰ ਮੁੜ ਜਲੰਧਰ ਦਾ ਸੂਬਾ ਨਿਯਤ ਕਰਕੇ ਵਕਤ ਦਾ ਹਾਕਮ ਬਣਾ ਦਿੱਤਾ। ਉਸਨੇ 1 ਲੱਖ ਰੁਪਇਆ ਬਾਬਾ ਜੀ ਦੇ ਦਰਬਾਰ ਵਿੱਚ ਭੇਟ ਕੀਤਾ। ਉਹਨਾਂ ਵਿੱਚੋਂ ਕੁਝ ਰੁਪਈਆ ਤਾਂ ਕੜਾਹ ਪ੍ਰਸ਼ਾਦ ਕਰਕੇ ਸੰਗਤ ਵਿੱਚ ਵਰਤਾ ਦਿੱਤਾ ਗਿਆ ਤੇ ਬਾਕੀ ਮਾਇਆ ਜਥੇਦਾਰ ਸ਼ਾਮ ਸਿੰਘ ਦੇ ਪਾਸ ਜਮ੍ਹਾਂ ਕਰਵਾ ਦਿੱਤੀ। ਸਿੱਖ ਸੰਗਤਾਂ ਵਿੱਚ ਪ੍ਰਚਾਰ ਕਰਕੇ ਗੁਰਦੁਆਰਾ ਥੰਮ ਸਾਹਿਬ ਆਦਿ ਸਭ ਸਥਾਨਾਂ ਨੂੰ ਮੁੜ ਆਬਾਦ ਕਰਵਾ ਕੇ ਖੂਬ ਦੀਵਾਨ ਸਜਾਏ। ਕਥਾ ਕੀਰਤਨ ਪ੍ਰਚਾਰ ਵਖਿਆਨ ਹੋਏ। ਬਾਬਾ ਜੀ ਫਿਰ ਉਸੇ ਤਰ੍ਹਾਂ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਏ। ਬਾਬਾ ਜੀ ਨੇ ਜ਼ਾਲਮਾਂ ਦੇ ਜ਼ੁਲਮਾਂ ਦਾ ਅੰਧੇਰਾ ਦੂਰ ਕਰਕੇ ਅਦੀਨਾ ਬੇਗ ਨੂੰ ਜਲੰਧਰ ਦਾ ਮੁੜ ਹਾਕਮ ਬਣਾ ਦਿੱਤਾ ਅਤੇ ਦੁਆਬੇ ਵਿੱਚ ਖੁਸ਼ਹਾਲੀ ਛਾ ਗਈ। ਦੁਨੀਆ ਮੁੜ ਕੇ ਸੁੱਖ ਸ਼ਾਂਤੀ ਨਾਲ ਵਸਣ ਲੱਗ ਪਈ। ਸ਼ਹਿਰਾਂ ਤੇ ਪਿੰਡਾਂ ਵਿੱਚ ਰੌਣਕਾਂ ਲੱਗ ਗਈਆਂ। ਹਰ ਘਰ ਵਿੱਚ ਲੋਕਾਂ ਨੇ ਦੀਪਮਾਲਾ ਵਾਂਗੂ ਦੀਪਕ ਜਗਾਏ। ਬਾਬਾ ਜੀ ਨੇ ਆਪਣੇ ਵੀ ਸਾਰੇ ਪਰਿਵਾਰ ਨੂੰ ਪਿੰਡ ਮੈੜੀ ਸਾਹਿਬ ਤੋਂ ਫਿਰ ਕਰਤਾਰਪੁਰ ਮੰਗਵਾ ਲਿਆ ਅਤੇ ਧਰਮ ਸਥਾਨਾਂ ਦੀ ਸੇਵਾ ਸਾਂਭ ਕਰਨ ਲੱਗ ਪਏ। ਪਿੰਡ ਮੈੜੀ, ਜਿੱਥੇ ਅੱਜ ਕੱਲ੍ਹ ਗੁਰਦੁਆਰੇ ਦੇ ਅੰਦਰ ਬੇਰੀ ਦੇ ਦਰਖਤ ਦਾ ਨਿਸ਼ਾਨ ਹੈ, ਬਾਬਾ ਜੀ ਆ ਬੈਠੇ। ਉੱਥੇ ਬ੍ਰਿਸ਼ ਉੱਤੇ ਹੀ ਬਈ ਨਾਹਰ ਸਿੰਘ ਰਹਿੰਦਾ ਸੀ, ਜਿਹੜਾ ਕਿ ਰਾਹੀਆਂ ਨੂੰ ਡਾਢਾ ਤੰਗ ਕਰਦਾ ਹੁੰਦਾ ਸੀ। ਬੀਰ ਬਾਬਾ ਜੀ ਉੱਪਰ ਵੀ ਆਪਣਾ ਪ੍ਰੇਤ ਜਲ ਸੁੱਟਣ ਲੱਗਾ। ਉਹ ਚਾਹੁੰਦਾ ਸੀ ਕਿ ਬਾਬਾ ਜੀ ਇਸ ਬੇਰੀ ਹੇਠੋਂ ਚਲੇ ਜਾਣ, ਪਰ ਅੰਤਰਜਾਮੀ ਉਹਦੀ ਕੀ ਪਰਵਾਹ ਕਰਦੇ ਸਨ। ਆਪ ਬਿਸਤਰ ਵਿਛਾ ਕੇ ਦੁਪਹਿਰ ਕੱਟਣ ਲਈ ਬਿਰਾਜ ਗਏ। ਸੁੱਤੇ ਪਏ ਨੂੰ ਦੇਖ ਕੇ ਇੱਕ ਆਜੜੀ ਪਹਾੜੀਆਂ ਆਵਾਜ਼ਾਂ ਮਾਰ ਆਖਣ ਲੱਗਾ, ਉਹ ਭਾਈ ਇੱਥੇ ਕੌਣ ਸੁੱਤਾ ਪਿਆ ਹੈ? ਇੱਥੇ ਤਾਂ ਇੱਕ ਐਸਾ ਭੂਤ ਰਹਿੰਦਾ ਹੈ ਜਿਸ ਨੇ ਆਸ-ਪਾਸ ਦੇ ਲੋਕਾਂ ਵਿੱਚ ਥੁੰਮ ਪਾਈ ਹੋਈ ਹੈ। ਜੋ ਕੋਈ ਰਾਹੀ ਬੰਦਾ ਪਸ਼ੂ ਆਦਿਕ ਧੱਕੇ ਉਹਨੂੰ ਮਾਰ ਦਿੰਦਾ ਹੈ। ਡਰਦੇ ਲੋਕ ਇਸ ਬੇੜੀ ਦੇ ਨੇੜੇ ਨਹੀਂ ਆਉਂਦੇ। ਬਾਬਾ ਜੀ ਨੇ ਤਸੱਲੀ ਦਿੱਤੀ, ਜਿਸ ਰਾਖੇ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋਂ ਵਿਸਾਰੈ। ਤਾਂ ਬਾਬਾ ਜੀ ਨੇ ਫਰਮਾਇਆ, ਭਾਈ ਜਿਸ ਨੂੰ ਅਕਾਲ ਪੁਰਖ ਰੱਖੇ ਉਸ ਨੂੰ ਕੋਈ ਨਹੀਂ ਮਾਰ ਸਕਦਾ। ਇਹ ਸੁਣ ਕੇ ਆਜੜੀ ਚਲਾ ਗਿਆ। ਨਾਹਰ ਸਿੰਘ ਆਪਣੀ ਭੂਤ ਵਿਦਿਆ ਦੱਸਣ ਲੱਗਾ। ਸਭ ਤੋਂ ਪਹਿਲਾਂ ਨਾਹਰ ਸਿੰਘ ਬੀਰ ਨੇ ਝੱਖੜ ਅੰਧੇਰੀ ਚਲਾਏ, ਉਪਰੰਤ ਜ਼ੋਰਦਾਰ ਗੜੇ ਆਦਿਕ ਦੀ ਵਰਖਾ ਕੀਤੀ। ਬਾਬਾ ਜੀ ਨਾਮ ਬਾਣੀ ਦੇ ਸਿਮਰਨ ਵਿੱਚ ਨਿਰਭਉ ਬੈਠੇ ਰਹੇ। ਭੋਰਾ ਤਕਲੀਫ ਨਾ ਹੋਈ। ਨਾਹਰ ਸਿੰਘ ਬੀਰ ਨੇ ਮੁੜ ਪੱਥਰਾਂ ਦੀ ਵਰਖਾ ਕੀਤੀ। ਬਾਬਾ ਜੀ ਦਾ ਵਾਲ ਵਿੰਗਾ ਨਾ ਹੋਇਆ। ਫਿਰ ਜ਼ੋਰ ਸ਼ੋਰ ਨਾਲ ਭਿਆਨਕ ਆਵਾਜ਼ਾਂ ਦੇ ਨਾਲ ਬਾਬਾ ਜੀ ਨੂੰ ਡਰਾਉਣ ਲੱਗਾ। ਬਾਬਾ ਜੀ ਨੇ ਕਿਹਾ, ਕੌਣ ਹੈ ਤੂੰ? ਨਾਹਰ ਸਿੰਘ ਬੀਰ ਬੋਲਿਆ, ਮੈਂ ਬੀਰ ਨਾਹਰ ਸਿੰਘ ਹਾਂ। ਇਹ ਬੇਰੀ ਮੇਰੀ ਹੈ, ਤੂੰ ਇੱਥੋਂ ਚਲਾ ਜਾ, ਨਹੀਂ ਤਾਂ ਬੜਾ ਤੰਗ ਹੋਵੇਗਾ। ਬਾਬਾ ਜੀ ਨੇ ਉੱਤਰ ਵਿੱਚ ਆਖਿਆ, ਧੰਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਬਾਬਾ ਜੀ ਨੇ ਫਰਮਾਇਆ, ਤੂੰ ਮਾਣ ਹੰਕਾਰ ਦੱਸਿਆ ਹੈ, ਪਰ ਹਰ ਜੀਉ ਹੰਕਾਰ ਨਾ ਭਾਵੇ। ਵੇਦ ਕੂਕ ਸੁਣਾਵੇ, ਅਹੰਕਾਰ ਕਰਨਾ ਚੰਗਾ ਨਹੀਂ। ਪਰ ਜੇ ਤੂੰ ਆਪਣੇ ਬਲ ਦਾ ਇੰਨਾ ਮਾਣ ਕਰਦਾ ਹੈ ਤਾਂ ਤੂੰ ਆਪਣੀ ਜਿੰਨੀ ਫੌਜ ਹੈ ਲੈ ਆ। ਨਾਹਰ ਸਿੰਘ ਬੀਰ ਆਪਣੇ 3 ਭਰਾਵਾਂ ਨੂੰ ਲੈ ਕੇ ਆ ਗਿਆ, ਜਿਨ੍ਹਾਂ ਦੇ ਨਾਮ ਹਨ ਕਾਲੀ ਬੀਰ, ਬਾਵਾ ਸੁਰਗਲ, ਰਾਜਾ ਮੰਡਲੀਕ। ਪਰ ਇਹਨਾਂ ਤਿੰਨਾਂ ਨੇ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਬਾਬਾ ਜੀ ਬਹੁਤ ਕਰਾਮਾਤੀ ਸੰਤ ਹੈ, ਉਹਨਾਂ ਨਾਲ ਤੂੰ ਮੁਕਾਬਲਾ ਨਾ ਕਰ, ਹੱਥ ਜੋੜ ਕੇ ਮਾਫੀ ਮੰਗ ਲੈ। ਉਹ ਸੰਤ ਸਾਧੂ ਹਨ, ਉਹ ਆਪਣੀ ਮੌਜ ਨਾਲ ਆਪੇ ਚਲੇ ਜਾਣਗੇ। ਨਾਹਰ ਸਿੰਘ ਬੀਰ ਗੁੱਸੇ ਹੋ ਕੇ ਆਪਣੇ ਹੋਰ ਸਾਥੀਆਂ ਸਮੇਤ ਬੜਾ ਭਿਆਨਕ ਰੂਪ ਬਣਾ ਕੇ ਲੱਗਾ ਜ਼ੋਰ ਸ਼ੋਰ ਨਾਲ ਤਾਕਤਾਂ ਦੱਸਣ। ਬਾਬਾ ਜੀ ਆਪਣੇ ਆਲੇ ਦੁਆਲੇ ਇੱਕ ਰਾਮ ਘਰ ਮਾਰ ਕੇ ਨਿਰਭਉ ਹੋ ਕੇ ਬੈਠ ਗਏ। ਨਿਰਭਉ ਮੰਤਰ ਦਾ ਜਾਪ ਕਰਨ ਲੱਗੇ। ਨਿਰਭਉ ਮੰਤਰ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ
भ्रम सरनाई, चौगिरद हमारे रामकार, दुख लगे ना पाई। सतगुर पूरा भेटिया जिन बनत बनाई, राम नाम औखद दिया ए काल विलाई। रहाओ राख लिए तिन रखन हार, सब ब्याद मिटाई। कहो नानक किरपा पई, प्रभ भए सहाई। बाबा जी ਦੀ ਰਾਮ ਘਰ ਦੇ ਅੰਦਰ ਹੀ ਨਿਰਭਉ ਮੰਤਰ ਦਾ ਜਾਪ ਕਰੀ ਜਾਣ। ਇਹ ਰਾਮਕਾਰ ਸ਼੍ਰੀ ਚੰਦਰ ਜੀ ਵੀ ਸੀਤਾ ਨੂੰ ਪਾ ਕੇ ਗਏ ਸਨ। ਸੋ ਇਹੋ ਬਾਬਾ ਜੀ ਨੇ ਰਾਮ ਘਰ ਪਾਈ ਸੀ। ਜਿੰਨੇ ਰਾਖਸ਼ ਦਿਓ ਭੂਤ ਪ੍ਰੇਤ ਦੈਂਤ ਅੰਦਰ ਗਏ ਸੋ ਭਸਮ ਹੋ ਗਏ। ਨਾਹਰ ਸਿੰਘ ਦੀ ਸੈਨਾ ਕੁਛ ਖਤਮ ਹੋ ਗਈ ਤੇ ਕੁਛ ਨਸ ਗਈ। ਨਾਹਰ ਸਿੰਘ ਨੂੰ ਬਾਬਾ ਜੀ ਨੇ ਕਾਬੂ ਕਰਕੇ ਬੰਦੀਖਾਨੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ। ਹੁਣ ਨਾਹਰ ਸਿੰਘ ਨਿਰਬਲ ਹੋ ਕੇ ਬਾਬਾ ਜੀ ਪਾਸੋਂ ਮਾਫੀਆਂ ਮੰਗਣ ਲੱਗ ਪਿਆ। ਬਾਬਾ ਜੀ ਮੈਂ ਬਹੁਤ ਗੁਨਾਹਗਾਰ ਹਾਂ, ਭੁੱਲ ਗਿਆ ਹਾਂ ਜੀ, ਮੈਨੂੰ ਮਾਫ ਕਰ ਦਿਓ। ਬਾਬਾ ਜੀ ਨੇ ਆਖਿਆ ਤੂੰ ਬੜਾ ਜ਼ਾਲਮ ਗੁਨਾਹਗਾਰ ਹੈ, ਇਸ ਵਾਸਤੇ ਤੈਨੂੰ ਛੱਡਣਾ ਨਹੀਂ, ਬੇਦੋਸ਼ੀਆਂ ਦਾ ਘਾਤ ਕੀਤਾ ਹੈ। ਨਾਹਰ ਸਿੰਘ ਲੱਗਾ ਬਾਰ-ਬਾਰ ਬੇਨਤੀਆਂ ਕਰਨ ਅਤੇ ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗਣ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਇਹ ਸ਼ਬਦ ਨੂੰ ਮੁੱਖ ਰੱਖਦੇ ਹੋਇਆਂ ਬਾਬਾ ਜੀ ਨੇ ਨਾਹਰ ਸਿੰਘ ਵੀਰ ਨੂੰ ਬੰਨੇ ਕੱਢ ਦਿੱਤਾ। ਹੁਣ ਨਾਹਰ ਸਿੰਘ ਚਰਨਾਂ ਤੇ ਢਹਿ ਕੇ ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਿਆ। ਬਾਬਾ ਜੀ ਮੈਨੂੰ ਵੀ ਆਪਣਾ ਸੇਵਕ ਕਰ ਲਵੋ ਤੇ ਮੈਨੂੰ ਚੰਗੀ ਸਿੱਖਿਆ ਦੇਵੋ ਜੀ, ਜਿਸ ਤੇ ਮੇਰੇ ਭੂਤ ਜਨਮ ਦੀ ਕਲਿਆਣ ਹੋਵੇ ਜੀ ਅਤੇ ਮੇਰੇ ਪਾਪਾਂ ਦੀ ਭਰੀ ਦੇਹ ਨੂੰ ਉਧਾਰ ਹੋਵੇ। ਬਾਬਾ ਜੀ ਨੇ ਸ਼ਬਦ ਉਚਾਰਿਆ, ਸਿੱਖੀ ਸਿੱਖਿਆ ਗੁਰ ਵਿਚਾਰ। ਨਾਹਰ ਸਿੰਘਾ ਸਿੱਖਿਆ ਇਹੋ ਹੈ ਗੁਰੂ ਮਹਾਰਾਜ ਦੇ ਦੱਸੇ ਹੁਕਮਾਂ ਤੇ ਵਿਚਾਰ ਕਰਨਾ। ਗੁਰੂ ਮਹਾਰਾਜ ਦੇ ਦੱਸੇ ਹੁਕਮਾਂ ਤੇ ਵਿਚਾਰ ਕਰਨਾ ਗੁਰਸਿੱਖਾਂ ਦਾ ਕੰਮ ਹੈ। ਤਾਂ ਨਾਹਰ ਸਿੰਘ ਕਹਿਣ ਲੱਗਾ ਜੀ ਗੁਰਮੁਖ ਵਿੱਚ ਕੀ ਗੁਣ ਹੁੰਦੇ ਹਨ? ਬਾਬਾ ਜੀ ਨੇ ਆਖਿਆ ਨਾਹਰ ਸਿੰਘ ਗੁਰਮੁਖ ਉਹ ਹਨ ਜੋ ਗੁਰੂਆਂ ਦੇ ਮੁਖ ਤੋਂ ਉਚਾਰੀ ਹੋਈ ਗੁਰਬਾਣੀ ਪੜ੍ਹਨ ਸੁਣਨ ਅਤੇ ਉਸ ਤੇ ਅਮਲ ਕਰਦੇ ਹਨ। ਅਤੇ ਗੁਰਮੁਖਾਂ ਵਿੱਚ ਸਭ ਤੋਂ ਵੱਡਾ ਗੁਣ ਇਹੋ ਹੋਇਆ ਕਰਦਾ ਹੈ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਭਾਵ ਜੋ ਗੁਰਮੁਖ ਹਨ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ ਅਤੇ ਉਹਨਾਂ ਦੀ ਨਜ਼ਰ ਵਿੱਚ ਸਭ ਹੀ ਇੱਕ ਬ੍ਰਹਮ ਨਜ਼ਰ ਆਉਂਦੇ ਹਨ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਿਆਈ। ਤਾਂ ਨਾਹਰ ਸਿੰਘ ਨੇ ਆਖਿਆ ਭਲਾ ਬਾਬਾ ਜੀ ਹੁਣ ਮੈਂ ਕਿਸੇ ਜੀਵ ਨੂੰ ਕੁਝ ਨਹੀਂ ਕਹਾਂਗਾ ਜੀ, ਮੈਨੂੰ ਕੋਈ ਸੇਵਾ ਬਖਸ਼ੋ ਜੀ। ਬਾਬਾ ਜੀ ਨੇ ਆਖਿਆ ਸੇਵਾ ਕਰੇਗਾ? ਹਾਂ ਜੀ ਜ਼ਰੂਰ ਕਰਾਂਗਾ। ਤਾਂ ਬਾਬਾ ਜੀ ਨੇ ਆਖਿਆ ਇੱਥੇ ਹਰ ਸਾਲ ਹੋਲੀਆਂ ਨੂੰ ਸਾਡੇ ਸਿੱਖ ਸੇਵਕ ਸੰਗਤਾਂ ਦੇ ਜੋੜ ਮੇਲੇ ਹੋਇਆ ਕਰਨਗੇ। ਜਿਹੜੀਆਂ ਰੂਹਾਂ ਪਰਮੇਸ਼ਰ ਤੋਂ ਭੁੱਲ ਜਾਣਗੀਆਂ ਉਹਨਾਂ ਨੂੰ ਭੂਤ ਪ੍ਰੇਤ ਜਾਦੂ ਆਦਿ ਘੇਰ ਲੈਣਗੇ। ਜੋ ਭੁੱਲ ਕੇ ਰਾਹ ਪੈਣ ਲਈ ਸਾਡੇ ਸਥਾਨ ਤੇ ਆਉਣਗੇ ਉਹਨਾਂ ਵਿੱਚ ਜੋ ਭੂਤ ਪ੍ਰੇਤ ਦੀ ਕਸਰ ਹੋਵੇ ਉਹਨਾਂ ਸਭ ਚੀਜ਼ਾਂ ਨੂੰ ਤੂੰ ਪਕੜ ਕੇ ਇੱਥੇ ਹਾਜ਼ਰ ਕਰਿਆ ਕਰ, ਕਿਉਂ ਤੂੰ ਭੂਤ ਪ੍ਰੇਤ ਦਿਓ ਪਰੀ ਜਾਦੂ ਤਵੀਤ ਮਸਾਨ ਜਿੰਨ ਜਨ ਦਾ ਰਾਜਾ ਹੈ। ਇਹ ਸੇਵਾ ਤੇਰੇ ਜੁੰਮੇ ਹੋਈ। ਤਾਂ ਨਾਹਰ ਸਿੰਘ ਨੇ ਆਖਿਆ ਭਲਾ ਬਾਬਾ ਜੀ। ਤਾਂ ਬਾਬਾ ਜੀ ਨੇ ਆਖਿਆ ਹੁਣ ਤੂੰ ਧੌਲੀ ਧਾਰ ਦਾ ਜਾ ਕੇ ਮਾਲਕ ਬਣ, ਉੱਥੇ ਜਾ ਕੇ ਕਿਸੇ ਨੂੰ ਦੁੱਖ ਨਾ ਦੇਵੀਂ ਅਤੇ ਹਰ ਸਾਲ ਪਹਿਲੀ ਹੋਲੀ ਇੱਥੇ ਸੇਵਾ ਕਰਨ ਵਾਸਤੇ ਹਾਜ਼ਰ ਹੋਇਆ ਕਰੀ। ਤਾਂ ਨਾਹਰ ਸਿੰਘ ਬਾਬਾ ਜੀ ਦਾ ਹੁਕਮ ਮੰਨ ਕੇ ਚਰਨਾਂ ਤੇ ਮੱਥਾ ਟੇਕ ਕੇ ਧੌਲੀ ਧਾਰ ਚਲਾ ਗਿਆ। ਜਦ ਨਾਹਰ ਸਿੰਘ ਵੀਰ ਦਾ ਡੇਰਾ ਇੱਥੋਂ ਪੁੱਟਿਆ ਗਿਆ ਤਾਂ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸੁੱਖ ਸ਼ਾਂਤੀ ਦੀ ਖਬਰ ਹੁੰਦੀ ਗਈ। ਆਸ-ਪਾਸ ਦੇ ਲੋਕ ਜਿਹੜੇ ਭਿਆਨਕ ਖਤਰਾ ਸਮਝ ਕੇ ਨਾਹਰ ਵੀਰ ਕੋਲ ਡਰਦੇ ਇਸ ਰਸਤੇ ਨਹੀਂ ਸਨ ਲੰਘਦੇ, ਅੱਜ ਲੋਕਾਂ ਨੂੰ ਪਤਾ ਲੱਗਾ ਕਿ ਇਹ ਦੁੱਖ ਦੇਣ ਵਾਲਾ ਭੂਤ ਇੱਥੋਂ ਚਲਾ ਗਿਆ ਹੈ। ਕੋਈ ਭਜਨ ਬੰਦਗੀ ਕਰਨ ਵਾਲਾ ਸਾਧੂ ਤੇ ਸੰਤ ਇੱਥੇ ਆਣ ਬੈਠਾ ਹੈ। ਉਸ ਮਹਾਤਮਾ ਵਿੱਚ ਭਜਨ ਬੰਦਗੀ ਦੀ ਇਤਨੀ ਸ਼ਕਤੀ ਹੈ ਕਿ ਜਿਸ ਨੇ ਐਡੇ ਵੱਡੇ ਭੂਤ ਨਾਹਰ ਵੀਰ ਨੂੰ ਉੱਥੋਂ ਨਸਾ ਦਿੱਤਾ ਹੈ ਅਤੇ ਆਪ ਉਸ ਅਸਥਾਨ ਤੇ ਆਸਣ ਜਮਾ ਕੇ ਭਜਨ ਕਰ ਰਹੇ ਹਨ। ਇਹ ਖੁਸ਼ੀ ਦੀਆਂ ਖਬਰਾਂ ਨੇ ਦੂਰ ਦੂਰ ਤੱਕ ਧੁੰਮਾਂ ਪਾ ਦਿੱਤੀਆਂ। ਸੁਣ ਕੇ ਲੋਕ ਬਾਬਾ ਵਡਭਾਗ ਸਿੰਘ ਜੀ ਦੇ ਦਰਸ਼ਨ ਨੂੰ ਆਉਣ ਲੱਗੇ ਅਤੇ ਜਿਹੜਾ ਦਰਸ਼ਨ ਕਰਨ ਆਵੇ ਉਹ ਦਰਸ਼ਨ ਕਰਦਿਆਂ ਸਾਰ ਹੀ ਘਰ ਦੇ ਕੰਮਾਂ ਨੂੰ ਭੁੱਲ ਜਾਵੇ। ਬਾਬਾ ਵਡਭਾਗ ਸਿੰਘ ਜੀ ਦੇ ਦਰਸ਼ਨ ਦੁਰਲਭ ਸਨ। ਸੁੰਦਰ ਚਿਹਰਾ, ਖਿੜੇ ਹੋਏ ਗੁਲਾਬ ਦੀ ਤਰ੍ਹਾਂ ਮੁਸਕਰਾਹਟ, ਸੁੰਦਰ ਦਾਹੜਾ ਅਤੇ ਬੱਬਰ ਸ਼ੇਰ ਦੀ ਤਰ੍ਹਾਂ ਮੁਸ਼ਹਿਰੇ ਮਸਤਕ ਵਿੱਚ ਭਜਨ ਦੇ ਪ੍ਰਤਾਪ ਦੀ ਇਲਾਹੀ ਜੋਤ ਦਾ ਪ੍ਰਕਾਸ਼ ਚਮਕਾ ਮਾਰ ਰਹੇ ਚੰਦਰਮਾ ਦੀ ਤਰ੍ਹਾਂ ਸੀ। ਮਸਤਕ ਅਤੇ ਨੈਣਾਂ ਵਿੱਚ ਨਾਮ ਰੂਪੀ ਖੁਮਾਰੀ ਸੀ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਐਸੀ ਮਿੱਠੀ ਰਸਨਾ ਵਿੱਚੋਂ ਅੰਮ੍ਰਿਤ ਫੁੱਲਾਂ ਦੀ ਵਰਖਾ ਹੁੰਦੀ ਨਜ਼ਰ ਆਵੇ। ਗੱਲ ਕੀ ਬਾਬਾ ਜੀ ਦੇ ਪਾਸ ਮੇਲੇ ਦੀ ਤਰ੍ਹਾਂ ਸੰਗਤਾਂ ਆਣ ਇਕੱਠੀਆਂ ਹੋਈਆਂ। ਰੋਜ਼ ਗੁਰਬਾਣੀ ਦਾ ਕੀਰਤਨ ਹੋਵੇ ਤੇ ਲੰਗਰ ਖੁੱਲ੍ਹ ਗਏ। ਲੋਕ ਬਾਬਾ ਜੀ ਦੀ ਸ਼ੁਭ ਸਿੱਖਿਆ ਸੁਣ ਕੇ ਸੇਵਨ ਕਰਨ ਲੱਗ ਪਏ। ਦਿਨ ਬ ਦਿਨ ਮਹਿਮਾ ਵਧਣ ਲੱਗੀ। ਜਿਹੜਾ ਵੀ ਆਵੇ ਚਰਨਾਂ ਤੇ ਮੱਥਾ ਟੇਕ ਕੇ ਆਖੇ ਬਾਬਾ ਜੀ ਸੇਵਾ ਬਖਸ਼ੋ ਜੀ। ਤਾਂ ਬਾਬਾ ਜੀ ਨੇ ਆਖਿਆ ਗੁਰੂ ਮਹਾਰਾਜ ਦੀ ਸੇਵਾ ਕਰੋ, ਇੱਥੇ ਬੜਾ ਸੁੰਦਰ ਗੁਰਦੁਆਰਾ ਬਣਾਵੋ ਜੀ। ਤਾਂ ਸਿੱਖ ਸੇਵਕ ਮਾਇਆ
ਹੀਰਾ ਸੋਨਾ ਚਾਂਦੀ ਭੇਟ ਕਰਨ ਲੱਗੇ ਅਤੇ ਹਰ ਪ੍ਰਕਾਰ ਦਾ ਸਮਾਨ ਇੱਟਾਂ ਪੱਥਰ ਚੂਨਾ ਲੱਕੜੀ ਲੋਹਾ ਆਦਿ ਇਕੱਠਾ ਕਰਕੇ ਅਸਥਾਨ ਬਣਵਾਉਣ ਲੱਗ ਪਏ। ਜਲਦੀ ਤੋਂ ਜਲਦੀ ਇਮਾਰਤਾਂ ਤਿਆਰ ਹੋ ਗਈਆਂ। ਬੜਾ ਸੁੰਦਰ ਆਲੀਸ਼ਾਨ ਗੁਰਦੁਆਰਾ ਤਿਆਰ ਹੋ ਗਿਆ, ਜਿਸ ਵਿੱਚ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾਇਆ ਗਿਆ, ਜਿਸ ਦੀ ਸਮਾਪਤੀ ਸਮੇਂ ਲੰਗਰ ਵਰਤਾਏ ਗਏ, ਕੀਰਤਨ ਹੋਏ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਵਜਾਏ ਗਏ। ਆਪ 1762 ਈਸਵੀ ਨੂੰ ਪਿੰਡ ਮੈੜੀ ਜ਼ਿਲ੍ਹਾ ਊਨਾ ਵਿਖੇ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਹੋ ਗਏ। ਮਿਤੀ 6 ਜੂਨ 2008 ਨੂੰ ਸ਼੍ਰੀ ਅਕਾਲ ਤਖਤ ਵੱਲੋਂ ਸੋਢੀ ਬਾਬਾ ਵਡਭਾਗ ਸਿੰਘ ਜੀ ਬਾਰੇ ਗੁਜ਼ਰੇ ਜ਼ਮਾਨੇ ਦੀਆਂ ਚਰਚਿਤ ਇਤਿਹਾਸਕ ਘਟਨਾਵਾਂ ਮੇਟਣ ਲਈ ਇਤਿਹਾਸਕ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਸੀ। ਸੋਢੀ ਬਾਬਾ ਵਡਭਾਗ ਸਿੰਘ ਜੀ ਯੋਧੇ, ਜਰਨੈਲ, ਮਹਾਨ ਤਪੱਸਵੀ ਅਤੇ ਸੰਤ ਸਿਪਾਹੀ ਸਨ। ਇਸ ਲਈ ਆਪ ਕਿਸੇ ਵੀ ਵਿਅਕਤੀ ਵਿੱਚ ਪ੍ਰਵੇਸ਼ ਨਹੀਂ ਕਰਦੇ। ਸਾਨੂੰ ਉਹਨਾਂ ਦੇ ਨਾਮ ਤੇ ਕੋਈ ਵੀ ਮਨਮਤ ਨਹੀਂ ਕਰਨੀ ਚਾਹੀਦੀ। ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਸਮਾਜ ਵਿੱਚ ਮਹਾਂਪੁਰਖਾਂ ਦੇ ਨਾਮ ਨਾਲ ਚੱਲ ਰਹੇ ਵਿਵਾਦ, ਨਿਰਾਦਰੀ, ਨਫ਼ਰਤ ਅਤੇ ਮਨਮਤ ਤਿਆਗ ਕੇ ਗੁਰਸਿੱਖਾਂ ਅਨੁਸਾਰ ਜੀਵਨ ਬਸਰ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜੀ।